ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ 467ਵੇਂ ਵਚਨ ਦੇ ਲਘੂ ਸੰਦੇਸ਼ ਵਿੱਚ ਆਪ ਦਾ ਸਵਾਗਤ ਹੈ। ਪ੍ਰਭੂ ਅੱਜ ਫਿਰ ਸਾਨੂੰ ਇੱਕ ਸੁੰਦਰ ਸਿੱਖਿਆ ਜੋ ਮਨੁੱਖੀ ਜੀਵਨ ਨੂੰ ਉਸ ਦੇ ਰਾਜ ਵਿੱਚ ਪਵਿੱਤਰ ਅਤੇ ਪਵਿੱਤਰ ਬਣਾਉਣ ਦੇ ਲਈ ਮਦਦ ਕਰਦੀ ਹੈ, ਉਸ ਨੂੰ ਅਸੀਂ ਅੱਜ ਸਿੱਖਣ ਜਾ ਰਹੇ ਹਾਂ। ਸਿੱਖਣ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਕਿਰਪਾ ਦਾ ਸਾਗਰ, ਦਇਆ ਦਾ ਖਣੀ ਅਤੇ ਆਪਣੇ ਸੱਚਾਈ ਨੂੰ ਸਾਡੇ ਵਿੱਚ ਭਰਨ ਵਾਲਾ ਪ੍ਰੇਮੀ ਪਰਮੇਸ਼ਰ ਹੈ। ਪਰਮੇਸ਼ਰ, ਜਦੋਂ ਅਸੀਂ ਤੇਰੇ ਵਚਨ ਦੀ ਸੱਚਾਈ ਨੂੰ ਸਿੱਖਦੇ ਹਾਂ ਤਾਂ ਸਾਨੂੰ ਆਪ ਦੇ ਆਤਮਾ ਨਾਲ ਸਿੱਖਣ ਦੇ ਲਈ ਅਤੇ ਉਸ ਦੇ ਉੱਤੇ ਚੱਲਣ ਦੇ ਲਈ ਅਤੇ ਉਸ ਦੇ ਵਿੱਚ ਬਣੇ ਰਹਿਣ ਦੇ ਲਈ ਸਾਡੀ ਮਦਦ ਕਰ, ਤਾਂ ਕਿ ਜਦੋਂ ਤੇਰੀ ਆਮਦ ਹੋਵੇ ਅਸੀਂ ਇਸੇ ਪਵਿੱਤਰਤਾ ਦੇ ਨਾਲ ਤੇਰੇ ਨਾਲ ਸ਼ਰੀਕ ਹੋ ਜਾਈਏ, ਤਾਂ ਕਿ ਤੇਰਾ ਨਾਮ ਸਾਡੇ ਜੀਵਨ ਵਿੱਚ ਉੱਚਾ ਹੋਵੇ। ਇਸ ਵਚਨ ਨੂੰ ਔਰ ਵਚਨ ਸੁਣਨ ਵਾਲੇ ਅਤੇ ਬੋਲਣ ਵਾਲੇ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਅਫਸੀਆਂ ਦੀ ਪੁਸਤਕ 4 ਅਧਿਆਏ ਉਸ ਦੀ 21 ਤੋਂ 24 ਆਇਤਾਂ ਵਿੱਚੋਂ ਲਿਆ ਹੈ, ਜਿਸ ਦਾ ਵਿਸ਼ਾ ਹੈ ਵਿਸ਼ਵਾਸੀ ਨੂੰ ਮਸੀਹ ਯਸੂ ਦੇ ਪਿੱਛੇ ਚੱਲਣਾ ਚਾਹੀਦਾ ਹੈ। ਵਿਸ਼ਵਾਸੀ ਨੂੰ ਮਸੀਹ ਯਸੂ ਦੇ ਪਿੱਛੇ ਚੱਲਣਾ ਚਾਹੀਦਾ ਹੈ। ਮੈਂ ਸਮਝਦਾ ਹਾਂ ਕਿ ਜਿਵੇਂ ਮਨੁੱਖ ਚੱਲਦੇ ਆ ਜਾਂ ਸੰਸਾਰ ਚੱਲਦਾ ਆ, ਤਿਵੇਂ ਵਿਸ਼ਵਾਸੀ ਨੂੰ ਨਹੀਂ ਚੱਲਣਾ ਚਾਹੀਦਾ ਹੈ। ਔਰ ਇਹ ਕਾਰਨ ਸਪਸ਼ਟ ਹੈ। ਵਿਸ਼ਵਾਸੀ ਨੇ ਅਜਿਹੀ ਪਾਪ ਜੀਣ ਦੀ ਸਿੱਖਿਆ ਮਸੀਹ ਯਸੂ ਵਿੱਚ ਨਹੀਂ ਪਾਈ ਹੈ। ਵਿਸ਼ਵਾਸੀ ਨੇ ਸਿੱਖਿਆ ਹੈ ਕਿ ਮਸੀਹ ਯਸੂ ਜੋ ਪਵਿੱਤਰ ਹੈ ਅਤੇ ਪਾਪੀ ਮਨੁੱਖ ਨੂੰ ਪਵਿੱਤਰ ਕਰਨ ਦੇ ਲਈ ਇਸ ਦੁਨੀਆ ਦੇ ਵਿੱਚ ਆਇਆ ਹੈ। ਉਸ ਨੇ ਪਾਪ ਦਾ ਰਿਣ ਜੋ ਮਨੁੱਖੀ ਜੀਵਨ ਦੇ ਉੱਤੇ ਸੀ, ਕਿਸ ਤਰ੍ਹਾਂ ਕਲਵਰੀ ਕਰੂਸ ਦੇ ਉੱਤੇ ਚੁਕਾਇਆ ਹੈ ਅਤੇ ਕਿਸ ਤਰ੍ਹਾਂ ਸਾਨੂੰ ਉਸ ਪਾਪ ਦੀ ਜ਼ਿੰਦਗੀ ਤੋਂ ਅੱਡ ਹੋ ਕੇ ਮਸੀਹ ਯਸੂ ਦੇ ਵਿੱਚ ਪਵਿੱਤਰ ਜੀਵਨ ਜੀ ਕੇ ਚੱਲਣਾ ਹੈ। ਉਹ ਸਿੱਖਿਆ ਅਸੀਂ ਪਰਮੇਸ਼ਰ ਦੇ ਇਸ ਪਵਿੱਤਰ ਵਚਨ ਦੇ ਵਿੱਚ ਮਸੀਹ ਯਸੂ ਤੋਂ ਪਾਈ ਹੈ। ਇੱਥੇ ਪੌਲਸ ਰਸੂਲ 21 ਆਇਤ ਦੇ ਵਿੱਚ ਇਹੀ ਗੱਲ ਕਰ ਰਿਹਾ ਹੈ। ਉਹ ਕੀ ਕਹਿ ਰਿਹਾ ਹੈ? ਕਹਿੰਦਾ, ਜੇ ਤੁਸਾਂ ਕਿਤੇ ਉਹਦੀ ਸੁਣੀ ਅਤੇ ਜਿਵੇਂ ਸੱਚਾਈ ਯਸੂ ਵਿੱਚ ਹੈ, ਤਿਵੇਂ ਉਸ ਵਿੱਚ ਤੁਸੀਂ ਸਿਖਾਏ ਗਏ ਹੋ। ਸਾਨੂੰ ਜਿਸ ਵੀ ਅਸੀਂ ਕਲੀਸਿਆ ਦੇ ਵਿੱਚ ਜਾਂਦੇ ਹਾਂ, ਜਿਸ ਵੀ ਪਰਮੇਸ਼ਵਰ ਦੇ ਦਾਸ ਕੋਲੋਂ ਪਰਮੇਸ਼ਵਰ ਦੇ ਵਚਨ ਦੀ ਸਿੱਖਿਆ ਲੈਂਦੇ ਹਾਂ, ਉਹ ਪ੍ਰਭੂ ਯਸੂ ਮਸੀਹ ਦੇ ਆਗਮਨ ਦਾ, ਪਰਮੇਸ਼ਰ ਪੁੱਤਰ ਦੇ ਆਉਣ ਦਾ ਸਾਨੂੰ ਸਹੀ ਸਿੱਖਿਆ ਦਿੰਦਾ ਹੈ। ਦੱਸਦਾ ਹੈ ਕਿ ਪ੍ਰਭੂ ਯਸੂ ਮਸੀਹ ਇਸ ਦੁਨੀਆ ਦੇ ਵਿੱਚ ਪਾਪੀਆਂ ਨੂੰ ਬਚਾਉਣ ਅਤੇ ਉਹਨਾਂ ਨੂੰ ਪਾਪ ਤੋਂ ਮੁਕਤ ਕਰ ਪਰਮੇਸ਼ਰ ਦੇ ਨਾਲ ਮਿਲਾਉਣ ਦੇ ਲਈ ਆਇਆ ਅਤੇ ਪਰਮੇਸ਼ਰ ਦਾ ਭਰਪਣ ਦਾ ਪਿਆਰ, ਜਿਸ ਨੂੰ ਅਸੀਂ ਖੋ ਚੁੱਕੇ ਸੀ, ਸਾਡੇ ਦਿਲਾਂ ਵਿੱਚ ਪਾਉਣ ਲਈ ਆਇਆ। ਉਹਦੀ ਸਿੱਖਿਆ ਅਸੀਂ ਪਰਮੇਸ਼ਰ ਦੇ ਵਚਨ ਤੋਂ, ਪਰਮੇਸ਼ਰ ਦੇ ਦਾਸਾਂ ਕੋਲੋਂ, ਕਲੀਸਿਆ ਵਿੱਚੋਂ ਪਾਉਂਦੇ ਹਾਂ। ਪਰਮੇਸ਼ਰ ਦਾ ਦਾਸ ਪੌਲਸ ਦੱਸਦਾ ਹੈ ਕਿ ਮਸੀਹ ਯਸੂ ਦਾ ਜੀਵਨ ਜੋ ਪਵਿੱਤਰ ਜੀਵਨ ਸੀ, ਜੋ ਸਵਰਗ ਤੋਂ ਹੋ ਕੇ ਸਾਡੇ ਵਿੱਚ ਪ੍ਰਗਟ ਹੋਇਆ ਸੀ, ਕਿ ਅਸੀਂ ਉਸ ਦੇ ਪੈੜ ਨੂੰ ਵੇਖਦੇ ਹੋਏ ਉਸ ਦੇ ਪਿੱਛੇ ਚਲੀਏ। ਇਹ ਗੱਲ ਬੜੀ ਸਾਫ਼ ਇਸ ਦੇ ਵਿੱਚ ਲਿਖੀ ਹੈ। ਮੈਂ ਪਹਿਲੀ ਗੱਲ ਆਪ ਨੂੰ ਦੱਸ ਦਿੱਤੀ ਹੈ ਕਿ ਵਿਸ਼ਵਾਸੀ ਨੂੰ ਮਸੀਹ ਯਸੂ ਦੇ ਪਿੱਛੇ ਚੱਲਣਾ ਹੈ। ਔਰ ਨੰਬਰ 1 ਅਸੀਂ ਇਸ ਜਗ੍ਹਾ ਦੇ ਉੱਤੇ ਦੇਖਦੇ ਹਾਂ, ਸੱਚਾਈ ਯਸੂ ਮਸੀਹ ਵਿੱਚ ਹੈ, ਤੁਸੀਂ ਉਸ ਵਿੱਚ ਸਿਖਾਏ ਗਏ ਹੋ। ਨੰਬਰ 2 ਪੁਰਾਣੀ ਇਨਸਾਨੀਅਤ ਨੂੰ ਲਾਉਣਾ ਹੈ। ਨੰਬਰ 3 ਵਿਸ਼ਵਾਸੀ ਨੂੰ ਆਪਣੀ ਬੁੱਧ ਵਿੱਚ ਨਵੇਂ ਹੋਣਾ ਹੈ। ਨੰਬਰ 4
ਨਵੇਂ ਮਨੁੱਖ ਨੂੰ ਪਹਿਨਣਾ ਹੈ। ਜੇ ਅਸੀਂ ਮਸੀਹ ਯਸੂ ਦੇ ਵਿੱਚ ਉਹਦੇ ਪਿੱਛੇ ਚੱਲਣਾ ਹੈ ਤਾਂ 4 ਗੱਲਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਫੋਲੋ ਕਰਨਾ ਹੈ। ਜੇ ਅਸੀਂ ਇਹ 4 ਗੱਲਾਂ ਅਸੀਂ ਪਿੱਛੇ ਚੱਲਦੇ ਹਾਂ ਤਾਂ ਸੱਚਮੁੱਚ ਅਸੀਂ ਯਸੂ ਮਸੀਹ ਦੇ ਚੇਲੇ ਹਾਂ ਜੋ ਉਹਦੇ ਪਿੱਛੇ ਚੱਲਦੇ ਹਾਂ। ਪ੍ਰਭੂ ਯਸੂ ਮਸੀਹ ਨੇ ਯਹੋਨਾ ਦੀ ਅੰਜੀਲ ਜਦੋਂ ਅਸੀਂ 8 ਅਧਿਆਏ ਪੜ੍ਹਦੇ ਹਾਂ ਤਾਂ ਉਸ ਵਿੱਚ ਚੇਲਿਆਂ ਨੂੰ ਸਾਫ਼ ਰੀਤੀ ਨਾਲ ਸੰਦੇਸ਼ ਦਿੱਤਾ ਸੀ, ਜਿਹੜਾ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਜਦੋਂ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਬਹੁਤ ਲੋਕ ਚੱਲੇ, ਬਹੁਤ ਯਹੂਦੀ ਆਏ, ਤਾਂ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਉਹਨਾਂ ਨੂੰ? ਤਾਂ ਯਿਸੂ ਨੇ ਉਹਨਾਂ ਯਹੂਦੀਆਂ ਨੂੰ, ਮੈਂ 8 ਦਾ 31 ਪੜ੍ਹ ਰਿਹਾ ਯੋਹਨਾ, ਤਾਂ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਜਿਨ੍ਹਾਂ ਉਹਦੀ ਪ੍ਰਤੀਤ ਕੀਤੀ ਸੀ ਆਖਿਆ, ਜੇ ਤੁਸੀਂ ਮੇਰੇ ਵਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ। ਜੇ ਤੁਸੀਂ ਮੇਰੇ ਵਚਨ ਦੇ ਉੱਤੇ ਖਲੋਤੇ ਰਹੇ, ਜੇ ਤੁਸੀਂ ਮੇਰੇ ਵਚਨ ਦੇ ਵਿੱਚ ਬਣੇ ਰਹੇ, ਜੇ ਤੁਸੀਂ ਮੇਰੇ ਵਚਨ ਦੇ ਨਾਲ ਚੱਲਦੇ ਆ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ। ਅੱਜ ਬਹੁਤ ਸਾਰੇ ਵਿਸ਼ਵਾਸੀ ਜੈ ਮਸੀਹ ਦੀ ਆਖਦੇ ਆ, ਬਹੁਤ ਸਾਰੇ ਵਿਸ਼ਵਾਸੀ ਆਪਣੇ ਆਪ ਨੂੰ ਮਸੀਹ ਯਸੂ ਦੇ ਚੇਲੇ ਅਖਵਾਉਂਦੇ ਆ, ਪਰ ਉਹਨਾਂ ਦਾ ਜੀਵਨ ਚੇਲਿਆਂ ਦਾ ਜੀਵਨ ਨਹੀਂ ਹੈ। ਉਹਨਾਂ ਦਾ ਜੀਵਨ ਵਚਨ ਦਾ ਜੀਵਨ ਨਹੀਂ ਹੈ। ਉਹਨਾਂ ਦੇ ਜੀਵਨ ਦੇ ਵਿੱਚ ਵਚਨ ਦੀ ਖੁਸ਼ਬੂ ਆਉਂਦੀ ਹੀ ਨਹੀਂ ਹੈ। ਉਹ ਬੋਲਣ ਨੂੰ ਅਤੇ ਦਿਖਾਉਣ ਨੂੰ ਮਸੀਹੀ ਨਜ਼ਰ ਆਉਂਦੇ ਆ। ਬਾਈਬਲ ਇੱਥੇ ਸਾਫ਼ ਰੀਤੀ ਨਾਲ ਕੀ ਕਹਿੰਦੀ ਹੈ? ਕਹਿੰਦਾ ਹੈ, ਜੇ ਤੁਸਾਂ ਕਿਤੇ ਉਹਦੀ ਸੁਣੀ ਅਤੇ ਜਿਵੇਂ ਸੱਚਾਈ ਯਿਸੂ ਵਿੱਚ ਹੈ। ਸੱਚਾਈ ਯਿਸੂ ਵਿੱਚ ਕੀ ਹੈ? ਕਿ ਉਹ ਪਰਮੇਸ਼ਰ ਹੈ। ਪਹਿਲੀ ਗੱਲ, ਕਿਉਂ ਪਰਮੇਸ਼ਰ ਹੈ? ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਕੰਮ 4 ਅੰਜੀਲਾਂ ਦੇ ਵਿੱਚ ਦੇਖਦੇ ਹਾਂ ਤਾਂ ਉਹਦੇ ਕਹਿਣ ਦੇ ਵਿੱਚ ਸਮੁੰਦਰ ਦੇ ਵਿੱਚ ਜੋ ਤੂਫਾਨ ਹੈ ਰੁਕ ਜਾਂਦਾ ਹੈ। ਉਹਦੇ ਕਹਿਣ ਦੇ ਉੱਤੇ ਜੋ ਮੀਂਹ ਬਾਰਿਸ਼ ਪੈਂਦੀ ਆ ਉਹ ਥੰਮ ਜਾਂਦੀ ਹੈ। ਉਹਦੇ ਕਹਿਣ ਦੇ ਨਾਲ ਅਧਰੰਗੀ ਮੰਜੇ ਤੋਂ ਉੱਠ ਖਲੋਂਦਾ ਹੈ। ਉਹਦੇ ਬੋਲਣ ਦੇ ਨਾਲ ਮੁਰਦਾ ਉਹਦੀ ਆਵਾਜ਼ ਸੁਣ ਕੇ ਜੀ ਉੱਠਦਾ ਹੈ। ਪ੍ਰਾਕਿਰਤਿਕ ਮਨੁੱਖ ਦੇ ਵਿੱਚ ਜੋ ਵੀ ਬਿਮਾਰੀ ਮਨੁੱਖ ਦੇ ਵਿੱਚ ਮੁਰਦੇਪਨ ਦੇ ਵਿੱਚ ਸੌਣਾ, ਪ੍ਰਭੂ ਯਿਸੂ ਮਸੀਹ ਦੇ ਵਿੱਚ ਜੀ ਉੱਠਣਾ, ਇਹ ਪਰਮੇਸ਼ਰ ਦੀ ਸੱਚਾਈ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੈ। ਦੂਸਰਾ, ਪ੍ਰਭੂ ਯਿਸੂ ਮਸੀਹ ਦਾ ਇਸ ਦੁਨੀਆ ਦੇ ਵਿੱਚ ਆਉਣਾ ਪਾਪੀਆਂ ਨੂੰ ਬਚਾਉਣਾ ਸੀ। ਪ੍ਰਭੂ ਯਿਸੂ ਮਸੀਹ ਸਾਫ਼ ਰੀਤੀ ਨਾਲ ਆਖਦਾ ਹੈ ਕਿ ਮੈਂ ਪਾਪੀਆਂ ਨੂੰ ਬਚਾਉਣ ਲਈ ਇਸ ਧਰਤੀ ਤੇ ਆਇਆ। ਮੈਂ ਧਰਮੀਆਂ ਨੂੰ ਨਹੀਂ, ਮੈਂ ਪਾਪੀਆਂ ਨੂੰ ਬਚਾਉਣ ਦੇ ਲਈ ਇਸ ਧਰਤੀ ਤੇ ਆਇਆ। ਇਹ ਸੱਚਾਈ ਹੈ। ਜਿਹੜਾ ਇਸ ਸੱਚਾਈ ਦੇ ਉੱਤੇ ਵਿਸ਼ਵਾਸ ਕਰਦਾ ਹੈ, 22 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ, ਭਾਈ ਤੁਸੀਂ ਅਗਲੇ ਚੱਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾ ਸੱਟੋ ਜੋ ਧੋਖਾ ਦੇਣ ਵਾਲੀਆਂ ਕਾਮਨਾ ਦੇ ਅਨੁਸਾਰ ਵਿਗੜਦੀ ਜਾਂਦੀ ਹੈ। ਇਹਦਾ ਮਤਲਬ ਪ੍ਰਭੂ ਯਿਸੂ ਮਸੀਹ ਜੋ ਸੱਚਾਈ ਹੈ ਉਸ ਨੂੰ ਪਾਪੀ ਮਨੁੱਖ ਕਦੇ ਵੀ ਨਹੀਂ ਸਮਝ ਸਕਦਾ, ਕਦੇ ਜਾਣ ਨਹੀਂ ਸਕਦਾ, ਜਦ ਤੱਕ ਪਰਮੇਸ਼ਵਰ ਦੀ ਕਿਰਪਾ ਉਸ ਉੱਤੇ ਨਾ ਹੋਵੇ। ਮੈਂ ਇਸ ਨੂੰ ਸਮਝਾਉਣ ਦੇ ਲਈ ਆਪ ਨੂੰ ਰੋਮੀਆਂ ਦੀ ਪੁਸਤਕ ਉਸਦਾ 6:6 ਦੇ ਵਿੱਚ ਲੈ ਕੇ ਜਾਂਦਾ ਹਾਂ, ਜਿੱਥੇ ਪਰਮੇਸ਼ਵਰ ਦੀ ਸੱਚਾਈ ਮੇਰੇ ਅਤੇ ਆਪ ਦੇ ਲਈ ਹੈ। ਰੋਮੀਆਂ 6:6 ਇੱਥੇ ਲਿਖਿਆ ਹੈ, ਕਿਉਂ ਜੋ ਅਸੀਂ ਇਹ ਜਾਣਦੇ ਹਾਂ ਜੋ ਸਾਡੀ ਪੁਰਾਣੀ ਮਨੁੱਖਤਾਈ ਉਹਦੇ ਨਾਲ ਸਲੀਬ ਉੱਤੇ ਚੜਾਈ ਗਈ, ਭਾਈ ਪਾਪ ਦਾ ਸਰੀਰ ਨਸ਼ਟ ਹੋ ਜਾਵੇ ਤਾਂ ਅਗਾਂਹ ਨੂੰ ਅਸੀਂ ਪਾਪ ਦੀ ਗੁਲਾਮੀ ਨਾ ਕਰੀਏ। ਜਿਨ੍ਹਾਂ ਨੇ ਗੱਲ ਮੰਨ ਲਈ ਹੈ ਕਿ ਮਸੀਹ ਯਸੂ ਮੇਰੇ ਲਈ ਕਾਲਵਰੀ ਕਰੂਸ ਦੇ ਉੱਤੇ ਮਾਰਿਆ ਗਿਆ। ਇਹ ਗੱਲ ਕਿੱਥੇ ਪ੍ਰਗਟ ਹੁੰਦੀ ਹੈ? ਜਦੋਂ ਮੈਂ ਯਹੋਨਾ ਦੀ ਅੰਜੀਲ 3 ਅਧਿਆਏ 3 ਆਇਤ ਦੇ ਵਿੱਚ ਪੜ੍ਹਦਾ ਹਾਂ, ਜਿੱਥੇ ਨਿਕੋਦਿਮਸ ਪ੍ਰਭੂ ਦੇ ਕੋਲੋਂ ਨਵੇਂ ਜਨਮ ਦੀ ਗੱਲ ਕਰਦਾ ਹੈ, ਜੀਵਨ ਜੀਣ ਦੀ ਗੱਲ ਕਰਦਾ ਹੈ, ਤਦ ਪ੍ਰਭੂ ਕਹਿੰਦਾ ਜਦ ਤੱਕ ਮਨੁੱਖ ਨਵੇਂ ਸਿਰਿਓਂ ਨਾ ਜੰਮੇ ਉਹ ਪਰਮੇਸ਼ਵਰ ਦੇ ਰਾਜ ਨੂੰ ਵੇਖ ਨਹੀਂ ਸਕਦਾ। ਨਵੇਂ ਸਿਰਿਓਂ ਜੰਮਣਾ ਹੈ
ਤਾਂ ਮਨੁੱਖ ਨੂੰ ਆਪਣੇ ਸੁਭਾਅ ਨੂੰ ਮਸੀਹ ਯਸੂ ਦੀ ਸਲੀਬ ਦੇ ਨਾਲ ਕਲਵਰੀ ਕਰੂਸ ਦੇ ਉੱਤੇ ਆਪਣੇ ਆਪ ਨੂੰ ਖਤਮ ਕਰਨਾ ਹੈ, ਮਰਨਾ ਹੈ ਉੱਥੇ। ਔਰ ਇਹ ਮਰਨਾ ਬਪਤਿਸਮੇ ਦਾ ਚਿੰਨ੍ਹ ਸਾਡੇ ਵਿੱਚ ਪ੍ਰਗਟ ਕੀਤਾ ਗਿਆ ਹੈ। ਪਿਆਰੋ, ਪਰਮੇਸ਼ਵਰ ਨੇ ਮੈਨੂੰ ਨਵਾਂ ਜੀਵਨ ਦੇਣ ਦੇ ਲਈ ਆਪਣੇ ਪਿਆਰੇ ਪੁੱਤਰ ਦਾ ਸਰਫਾ ਨਾ ਕੀਤਾ, ਉਸ ਨੇ ਮੇਰੇ ਬਦਲੇ ਆਪਣੇ ਪਿਆਰੇ ਪੁੱਤਰ ਨੂੰ ਕਲਵਰੀ ਕਰੂਸ ਦੇ ਉੱਤੇ ਦਾਤ ਦਿੱਤਾ। ਜਿਹੜਾ ਕੋਈ ਅੱਜ ਮੰਨ ਲੈਂਦਾ ਹੈ ਕਿ ਪ੍ਰਭੂ ਯਿਸੂ ਮਸੀਹ ਮੇਰੇ ਪਾਪਾਂ ਦੇ ਲਈ ਮਰ ਗਿਆ, ਤਾਂ ਮੈਂ ਵੀ ਉਹਦੇ ਨਾਲ ਮਰ ਗਿਆ। ਕਿਉਂ? ਪੌਲਸ ਰਸੂਲ ਗਲਾਤੀਆਂ 2:20 ਦੇ ਵਿੱਚ ਕਹਿੰਦਾ ਹੈ ਕਿ ਹੁਣ ਤੋਂ ਮੈਂ ਜ਼ਿੰਦਾ ਨਹੀਂ, ਮੇਰੇ ਵਿੱਚ ਮਸੀਹ ਯਸੂ ਜ਼ਿੰਦਾ ਹੈ। ਜਿਹੜਾ ਜੀਵਨ ਹੁਣ ਮੈਂ ਭੋਗਦਾ ਹਾਂ ਉਹ ਮੈਂ ਮਸੀਹ ਯਸੂ ਦੇ ਵਿੱਚ ਉਹਦੇ ਪ੍ਰੇਮ ਨਾਲ ਭੋਗਦਾ। ਇਹਦਾ ਮਤਲਬ ਮੈਂ ਮਸੀਹ ਯਸੂ ਦੇ ਨਾਲ ਸਲੀਬ ਦੇ ਉੱਤੇ ਕੱਢ ਦਿੱਤਾ ਗਿਆ। ਕਾਹਦੇ ਲਈ? ਨਵੇਂ ਜਨਮ ਦੀ ਚਾਲ ਨੂੰ ਪ੍ਰਾਪਤ ਕਰਨ ਦੇ ਲਈ, ਨਵਾਂ ਜੀਵਨ ਜੀਣ ਦੇ ਲਈ, ਜਿਸ ਦੇ ਲਈ ਮਸੀਹ ਯਸੂ ਨੇ ਮੈਨੂੰ ਬੁਲਾਇਆ, ਮੈਨੂੰ ਆਪਣੇ ਕੋਲ ਲੈ ਕੇ ਆਇਆ। ਔਰ ਉਸ ਦੇ ਨਾਲ ਆਪਣੀ ਅਗਲੀ ਗੱਲ ਕੀ ਕਰਦਾ ਹੈ? ਜਦੋਂ ਮੈਂ ਇਸੇ ਰੋਮੀਆਂ ਦੀ 6:11 ਪੜ੍ਹਦਾ ਹਾਂ ਤਾਂ ਲਿਖਿਆ ਹੈ, ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੀ ਵੱਲੋਂ ਮੋਏ ਹੋਏ ਅਤੇ ਮਸੀਹ ਯਸੂ ਵਿੱਚ ਪਰਮੇਸ਼ਰ ਦੇ ਲਈ ਜਿਉਂਦਾ ਸਮਝੋ। ਜੇ ਅਸੀਂ ਮਸੀਹ ਵਿੱਚ ਜ਼ਿੰਦਾ ਹਾਂ ਤਾਂ ਨਵੇਂ ਜੀਵਨ ਦੀ ਚਾਲ ਦੇ ਲਈ ਜਿੰਦਾ। ਕਿਉਂਕਿ 4 ਆਇਤ ਦੇ ਲਾਸਟ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਤਿਵੇਂ ਅਸੀਂ ਵੀ ਨਵੇਂ ਜੀਵਨ ਦੀ ਰਾਹ ਚੱਲੀਏ। ਕਿਹਦੇ? ਪ੍ਰਭੂ ਯਿਸੂ ਮਸੀਹ ਦੇ ਵਿੱਚ। ਪ੍ਰਭੂ ਯਿਸੂ ਮਸੀਹ ਇਸ ਸੰਸਾਰ ਦੇ ਵਿੱਚ ਰਿਹਾ, ਪਰ ਸੰਸਾਰ ਜਿਹਾ ਜੀਵਨ ਨਹੀਂ ਉਹਨੇ ਬਤੀਤ ਕੀਤਾ। ਉਹਨੇ ਪਰਮੇਸ਼ਵਰ ਦੇ ਵਿੱਚ ਰਹਿ ਕੇ ਪਵਿੱਤਰ ਜੀਵਨ ਬਤੀਤ ਕੀਤਾ ਅਤੇ ਸਾਨੂੰ ਉਹ ਪਵਿੱਤਰਤਾ ਦਾ ਨਮੂਨਾ ਦੇ ਗਿਆ। ਉਹ ਪਵਿੱਤਰਤਾ ਦਾ ਨਮੂਨਾ ਮੈਨੂੰ ਅਤੇ ਆਪ ਨੂੰ ਦੇ ਗਿਆ। 23 ਆਇਤ ਦੇ ਵਿੱਚ ਲਿਖਿਆ ਹੈ, ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ। ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ। ਰੋਮੀਆਂ ਜਦੋਂ 8:6 ਵਿੱਚ ਪੜ੍ਹਦੇ ਹਾਂ ਤਾਂ ਕਿਸ ਤਰ੍ਹਾਂ ਅਸੀਂ ਮਤਲਬ ਕਿ ਨਵੇਂ ਬਣਦੇ ਆ। 8:6 ਦੇ ਵਿੱਚ ਲਿਖਿਆ ਹੈ, ਇੱਥੇ ਕਹਿੰਦਾ ਹੈ, ਕਿਉਂ ਜੋ ਸਰੀਰਿਕ ਮਨਸ਼ਾ ਮੌਤ ਹੈ, ਪਰ ਆਤਮਿਕ ਮਨਸ਼ਾ ਜੀਵਨ ਅਤੇ ਸ਼ਾਂਤੀ ਹੈ। ਸਰੀਰਿਕ ਮਨਸ਼ਾ ਮੌਤ ਹੈ। ਹੁਣ ਮੈਂ ਸਰੀਰ ਦੇ ਵਿੱਚ ਨਹੀਂ, ਹੁਣ ਮੈਂ ਮਸੀਹ ਯਸੂ ਦੇ ਵਿੱਚ ਆਤਮਿਕ ਜੀਵਨ ਦੇ ਵਿੱਚ ਜਿਉਂਦਾ। ਜੇ ਮੈਂ ਸਰੀਰ ਦੇ ਵਿੱਚ ਜੀ ਰਿਹਾ ਹਾਂ ਤਾਂ ਮੈਂ ਸਰੀਰ ਦੀਆਂ ਗੱਲਾਂ ਨੂੰ ਪੂਰਾ ਕਰਾਂਗਾ। ਅੱਜ ਮਸੀਹੀ ਜੀਵਨ ਦੇ ਵਿੱਚ ਸਰੀਰ ਦੀਆਂ ਗੱਲਾਂ ਜ਼ਿਆਦਾ ਹੈ ਤੇ ਆਤਮਾ ਦੀਆਂ ਗੱਲਾਂ ਘੱਟ ਹੈ। ਕਿਸੇ ਪਾਰਟੀ ਦੇ ਵਿੱਚ ਚਲੇ ਜਾਓ ਤਾਂ ਵਿਸ਼ਵਾਸੀਆਂ ਨੂੰ ਤੁਸੀਂ ਉੱਥੇ ਨੱਚਦੇ ਅਤੇ ਡਾਂਸ ਕਰਦੇ ਵੀ ਦੇਖੋਗੇ। ਬਹੁਤ ਘੱਟ ਲੋਕ ਹੈ ਜਿਹੜੇ ਅਜਿਹੇ ਸੰਸਾਰ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਮਸੀਹ ਯਸੂ ਦੇ ਵਿੱਚ ਸਿੱਧ ਕਰਦੇ ਆ। ਉਹ ਸੰਸਾਰ ਦੇ ਉਹਨਾਂ ਸੰਸਾਧਨਾਂ ਦੇ ਭਾਵੇਂ ਉਹ ਉਹਨਾਂ ਨੂੰ ਖਿੱਚ ਕੇ ਲਿਜਾਣ ਦੀ ਕੋਸ਼ਿਸ਼ ਕਰਨ, ਤਾਂ ਵੀ ਉਹ ਮਸੀਹ ਯਸੂ ਦੇ ਲਈ ਇਸ ਸੰਸਾਰ ਦੇ ਵਿੱਚ ਨਮੂਨਾ ਬਣਦੇ ਆ ਤੇ ਕਹਿੰਦੇ ਆ, ਨਹੀਂ ਭਾਈ, ਅਸੀਂ ਇਹਨਾਂ ਚੀਜ਼ਾਂ ਤੋਂ ਹੁਣ ਅੱਡ ਹੋ ਚੁੱਕੇ ਆ, ਰਹਿਤ ਹੋ ਚੁੱਕੇ ਆ, ਹੁਣ ਸਾਨੂੰ ਉਧਰ ਨਾ ਖਿੱਚੋ। ਮੈਂ ਸਮਝਦਾ ਹਾਂ ਯੂਸਫ ਦਾ ਇਸ ਤੋਂ ਵਧੀਆ ਕਰੈਕਟਰ ਸਾਨੂੰ ਕਿਤੇ ਵੀ ਨਹੀਂ ਮਿਲਣਾ। ਉਹ ਯੂਸਫ ਜਿਹੜਾ ਸਰੀਰ ਦੇ ਵਿੱਚ ਸੀ, ਪਰ ਉਹ ਪਰਮੇਸ਼ਵਰ ਦੇ ਵਿੱਚ ਆਪਣੇ ਸਰੀਰ ਨੂੰ ਉਸ ਮਹਿਮਾ ਦੇ ਲਈ ਇਸਤੇਮਾਲ ਕਰ ਰਿਹਾ ਸੀ। ਇਸ ਸੰਸਾਰ ਨੇ ਉਸ ਨੂੰ ਆਪਣੇ ਵੱਲ ਬੁਲਾਇਆ, ਇਸ ਸੰਸਾਰ ਨੇ ਉਸ ਨੂੰ ਆਪਣੇ ਵੱਲ ਖਿੱਚਿਆ, ਇਸ ਸੰਸਾਰ ਨੇ ਉਸ ਨੂੰ ਪੂਰਾ ਪਾਪ ਦੇ ਵਿੱਚ ਲੈ ਕੇ ਜਾਣ ਦਾ ਪਲਾਨ ਬਣਾਇਆ, ਯੋਜਨਾ ਬਣਾਈ, ਔਰ ਉਸ ਨੂੰ ਉਸ ਯੋਜਨਾ ਦੇ ਵਿੱਚ ਖੜਾ ਕਰ ਦਿੱਤਾ ਅਤੇ ਉਸ ਨੂੰ ਕਿਹਾ, ਆ ਤੂੰ ਸਾਡੇ ਨਾਲ ਪਾਪ ਕਰ ਅਤੇ ਇਸ ਦਾ ਆਨੰਦ ਦੇਖ ਕਿੰਨਾ ਸੋਹਣਾ ਹੈ। ਪਰ ਉਹ ਇਸ ਸੰਸਾਰ ਦੇ ਝੂਠੇ ਆਨੰਦ ਨੂੰ ਛੱਡ ਕੇ, ਝੂਠੀ ਸ਼ਾਂਤੀ ਨੂੰ ਛੱਡ ਕੇ, ਝੂਠੇ ਵਿਚਾਰਾਂ ਨੂੰ ਛੱਡ ਕੇ ਉੱਥੋਂ ਭੱਜ ਗਿਆ। ਕੀ ਅਸੀਂ ਇਹੋ ਜਿਹਾ ਸੁਭਾਅ ਜੋ ਮਸੀਹ ਯਸੂ ਦਾ ਆਪਣੇ ਵਿੱਚ ਰੱਖਦੇ? ਕੀ ਅਜਿਹਾ ਸੁਭਾਅ ਮੇਰੇ ਵਿੱਚ ਹੈ ਜੋ ਇੱਥੇ ਆਪਣਾ ਉਹ 23 ਆਇਤ ਦੇ ਵਿੱਚ, ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ। ਨਵਾਂ ਬਣਨਾ ਹੈ।
ਨਵਾਂ ਬਣਨਾ ਮਸੀਹ ਯਸੂ ਦੇ ਵਿੱਚ ਹੈ। ਇਸੇ ਕਰਕੇ ਤਾਂ ਜਦੋਂ ਅਸੀਂ ਰੋਮੀਆਂ ਦੀ ਪੁਸਤਕ ਉਸ ਦਾ 12 ਅਧਿਆਇ ਉਸ ਦੀ 2 ਆਇਤ ਨੂੰ ਪੜ੍ਹਦੇ ਹਾਂ ਤਾਂ ਉੱਥੇ ਵੀ ਪਰਮੇਸ਼ਵਰ ਦਾ ਦਾਸ ਪੌਲਸ ਸਾਨੂੰ ਬੜੀ ਸੱਚਾਈ ਦੀ ਗੱਲ ਦੱਸਦਾ ਹੈ। ਕਹਿੰਦਾ ਹੈ, ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ, ਸਗੋਂ ਆਪਣੇ ਰੂਪ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ, ਤਾਂ ਜੋ ਤੁਸਾਂ ਸਿਆਣ ਲਵੋ ਭਾਈ ਪਰਮੇਸ਼ਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਾ ਕੀ ਹੈ। ਮਸੀਹ ਯਸੂ ਤੋਂ ਪਤਾ ਲੱਗਦੀ ਹੈ, ਉਹਦੇ ਜੀਵਨ ਤੋਂ ਪਤਾ ਲੱਗਦੀ ਹੈ। ਔਰ ਇਹੋ ਗੱਲ ਤਾਂ ਉਹ ਕਹਿੰਦਾ ਹੈ ਕਿ ਪੁਰਾਣੀ ਇਨਸਾਨੀਅਤ ਨੂੰ ਲਾਉਣਾ ਹੈ ਅਤੇ ਵਿਸ਼ਵਾਸੀ ਨੂੰ ਆਪਣੀ ਬੁੱਧ ਵਿੱਚ ਨਵਾਂ ਹੋਣਾ ਹੈ। ਜਦੋਂ ਬੁੱਧ ਵਿੱਚ ਨਵੇਂ ਹੁੰਦੇ ਹਾਂ ਤਾਂ ਬੁੱਧ ਦੇ ਵਿੱਚ ਸਾਨੂੰ ਪਰਮੇਸ਼ਵਰ ਦੀਆਂ ਸਵਰਗੀ ਗੱਲਾਂ, ਜਿਹੜੀਆਂ ਮੈਨੂੰ ਜੀਵਨ ਦਿੰਦੀਆਂ, ਜਿਹੜੀਆਂ ਮੇਰੇ ਆਤਮਿਕ ਜੀਵਨ ਨੂੰ ਨਿਖਾਰਦੀਆਂ, ਜਿਹੜੀਆਂ ਮੈਨੂੰ ਪਰਮੇਸ਼ਰ ਪੁੱਤਰ ਦੇ ਸੰਪੂਰਨਤਾ ਦੇ ਵਿੱਚ ਅੱਗੇ ਵਧਣ ਦੇ ਲਈ ਮੇਰੀ ਮਦਦ ਕਰਦੀਆਂ, ਉਹ ਮਸੀਹ ਯਸੂ ਦੇ ਜੀਵਨ ਦੇ ਵਿੱਚ ਹੈ। ਔਰ ਵਿਸ਼ਵਾਸੀ ਨੂੰ ਆਪਣੀ ਬੁੱਧ ਵਿੱਚ ਨਵੇਂ ਹੋਣ ਦੇ ਲਈ ਮੈਂ ਆਪ ਨੂੰ ਪ੍ਰਭੂ ਯਸੂ ਮਸੀਹ ਦਾ ਨਮੂਨਾ ਜੋ ਪਤਰਸ ਦੱਸਦਾ ਹੈ ਉਹ ਆਪ ਦੇ ਅੱਗੇ ਪੜ੍ਹ ਰਿਹਾ ਹਾਂ। ਜਦੋਂ ਅਸੀਂ ਪਹਿਲਾ ਪਤਰਸ ਉਸ ਦਾ 1 ਅਧਿਆਇ ਉਸ ਦੀ 22 ਅਤੇ 23 ਆਇਤ ਨੂੰ ਪੜ੍ਹਦੇ ਹਾਂ, ਜਿੱਥੇ ਮਸੀਹ ਯਸੂ ਦੇ ਉਸ ਜੀਵਨ ਦਾ ਚਰਿੱਤਰ ਸਾਨੂੰ ਨਵੇਂ ਜਨਮ ਦੇ ਬਾਅਦ ਮਿਲਦਾ ਹੈ, ਉਹ ਬੜਾ ਸਪਸ਼ਟ ਹੈ। ਮੈਂ ਆਪ ਦੇ ਲਈ ਇਸ ਨੂੰ ਪੜ੍ਹ ਰਿਹਾ ਹਾਂ। 1 ਦਾ 22 ਅਤੇ 23 ਆਇਤ ਇੱਥੇ ਲਿਖਿਆ ਹੈ, ਕਿਉਂ ਜੋ ਤੁਸੀਂ ਨਾਸ਼ਵਾਨ ਤੁਖਮ ਤੋਂ ਨਹੀਂ ਸਗੋਂ ਅਵਿਨਾਸ਼ੀ ਤੋਂ ਪਰਮੇਸ਼ਰ ਦੇ ਵਚਨ ਦੇ ਰਾਹੀਂ, ਜਿਹੜਾ ਜਿੰਦਾ ਅਤੇ ਅਸਥਿਰ ਹੈ, ਨਵੇਂ ਸਿਰਿਓਂ ਜਨਮੇ ਹੋ। ਪੁਰਾਣੇ ਨੂੰ ਅਸੀਂ ਸਲੀਬ ਦੇ ਉੱਤੇ ਖਤਮ ਕਰ ਦਿੱਤੇ, ਹੁਣ ਨਵੇਂ ਸਿਰੇ ਅਸੀਂ ਮਸੀਹ ਯਸੂ ਵਿੱਚ ਜਨਮ ਗਏ, ਜਿਹਦੇ ਵਿੱਚ ਸਾਨੂੰ ਨਵਾਂ ਬੁੱਧ ਅਤੇ ਨਵਾਂ ਗਿਆਨ ਅਤੇ ਨਵੀਂ ਪਰਮੇਸ਼ਵਰ ਦੀ ਉਹ ਸਿੱਖਿਆ ਜਿਹੜੀ ਸਾਨੂੰ ਸਵਰਗ ਵੱਲ ਲੈ ਕੇ ਜਾਂਦੀ ਹੈ, ਉਹ ਸਾਨੂੰ ਮਿਲਦੀ ਹੈ। ਉਸ ਤੋਂ ਬਾਅਦ ਕਹਿੰਦਾ ਹੈ, ਜਦੋਂ 22 ਦੇ ਵਿੱਚ, ਤੁਸਾਂ ਸੱਤ ਦੇ ਅਧੀਨ ਹੋ ਕੇ ਆਪਣੀਆਂ ਜਾਨਾਂ ਨੂੰ ਭਰਪਣ ਦੇ ਨਿਸ਼ਕਪਟ ਪ੍ਰੇਮ ਲਈ ਪਵਿੱਤਰ ਕੀਤਾ ਹੈ, ਤਾਂ ਤਨੋ ਮਨੋ ਹੋ ਕੇ ਇੱਕ ਦੂਏ ਨਾਲ ਗੂੜਾ ਪਿਆਰ ਰੱਖੋ। ਗੂੜਾ ਪਿਆਰ ਰੱਖੋ। ਅੱਜ ਵਿਸ਼ਵਾਸੀਆਂ ਦੇ ਵਿੱਚ ਜਦੋਂ ਅਸੀਂ ਨਵਾਂ ਜਨਮ ਪਾ ਲਿਆ ਹੈ, ਅਸੀਂ ਜਦੋਂ ਮਸੀਹ ਦੇ ਸੁਭਾਅ ਵਿੱਚ ਨਵੇਂ ਆ, ਤਾਂ ਉਹਨਾਂ ਦੇ ਵਿੱਚ ਮਸੀਹ ਦੀ ਏਕਤਾ ਨਜ਼ਰ ਨਹੀਂ ਆਉਂਦੀ। ਕੰਨ, ਅੱਖ, ਮੂੰਹ, ਹੱਥ, ਪੈਰ ਇੱਕ ਦੇਹ ਹੈ, ਪਰ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਗੁੱਟਬਾਜ਼ੀ ਨਹੀਂ ਹੈ, ਇਹਨਾਂ ਦੇ ਵਿੱਚ ਗਰੁੱਪਬਾਜ਼ੀ ਨਹੀਂ ਹੈ, ਪਰ ਅੱਜ ਕਲੀਸਿਆ ਦੇ ਵਿੱਚ ਨਜ਼ਰ ਆਉਂਦੀ ਹੈ। ਕਲੀਸਿਆ ਉਹ ਹੈ ਜਿਹੜੀ ਸਾਰੇ ਵਿਚਾਰਾਂ ਨੂੰ ਇੱਕ ਅੱਖ ਦੇ ਨਾਲ ਦੇਖਦੀ ਹੈ। ਕਲੀਸਿਆ ਉਹ ਹੈ ਜੋ ਸਾਰੇ ਵਿਚਾਰਾਂ ਦੇ ਵਿੱਚ ਪਰਮੇਸ਼ਰ ਦੀ ਪਵਿੱਤਰਤਾ ਨੂੰ ਅਤੇ ਉਸ ਦੀ ਪਵਿੱਤਰ ਆਵਾਜ਼ ਨੂੰ ਸੁਣਦੀ ਹੈ। ਕਲੀਸਿਆ ਉਹ ਹੈ ਜੋ ਮੂੰਹ ਦੇ ਵਿੱਚੋਂ ਪਰਮੇਸ਼ਰ ਦੇ ਪਵਿੱਤਰ ਸ਼ਬਦ ਨੂੰ ਕੱਢਦੀ ਹੈ। ਕਲੀਸਿਆ ਉਹ ਹੈ ਜੋ ਇੱਕ ਮਨ ਇੱਕ ਚਿੱਤ ਹੋ ਕੇ ਪਰਮੇਸ਼ਰ ਦੇ ਪਵਿੱਤਰ ਹੱਥਾਂ ਦੇ ਨਾਲ ਪਵਿੱਤਰ ਕਾਰਜ ਕਰਦੀ ਹੈ। ਕਲੀਸਿਆ ਉਹ ਹੈ ਜੋ ਪਵਿੱਤਰਤਾ ਦੇ ਵਿੱਚ ਸਥਿਰ ਹੋ ਕੇ ਪਵਿੱਤਰ ਪੈਰਾਂ ਦੇ ਨਾਲ ਖੜੇ ਹੋ ਕੇ ਪਵਿੱਤਰ ਰਾਜ ਦੇ ਵਿੱਚ ਚੱਲਦੀ ਹੈ। ਕੀ ਸਾਡੇ ਵਿੱਚ ਇਸ ਤਰ੍ਹਾਂ ਦੇ ਕਾਰਜ ਹੈ? ਅਜਿਹੀ ਸਿੱਖਿਆ ਸਾਨੂੰ ਕਲੀਸਿਆਵਾਂ ਦੇ ਵਿੱਚ ਦਿੱਤੀ ਜਾ ਰਹੀ ਹੈ। ਅਜਿਹੀ ਕਲੀਸਿਆ ਦੇ ਨਾਲ, ਅਜਿਹੀ ਕਲੀਸਿਆ ਦੇ ਵਿੱਚ ਇੱਕ ਸਥਿਰ ਸਿੱਖਿਆ ਦੇ ਕੇ ਉਹਨਾਂ ਨੂੰ ਸਥਿਰ ਕੀਤਾ ਜਾ ਰਿਹਾ ਹੈ ਉਹ ਪਰਮੇਸ਼ਰ ਦੇ ਨਾਲ ਮਿਲਣ ਦੇ ਲਈ। ਪਰ ਜਿੱਥੇ ਗਰੁੱਪਬਾਜ਼ੀ ਹੈ,
ਜਿੱਥੇ ਇੱਕ ਪਨ ਹੈ ਉੱਥੇ ਦੇਹ ਕਦੇ ਵੱਧਦੀ ਨਹੀਂ। ਯਾਦ ਰੱਖਣਾ ਮੇਰੀ ਗੱਲ। ਜੇ ਅਸੀਂ ਕਲੀਸਿਆ ਦੇ ਵਿੱਚ ਸਾਰੇ ਇੱਕ ਸਾਰ ਨਾਲ ਨਹੀਂ ਮਿਲਦੇ ਹਾਂ, ਅਸੀਂ ਇੱਕ ਦੂਸਰੇ ਨਾਲ ਨਹੀਂ ਘੁਲਦੇ ਮਿਲਦੇ ਹਾਂ, ਤਾਂ ਕਦੇ ਵੀ ਸਾਡੇ ਜੀਵਨ ਦੇ ਵਿੱਚ ਗਰੋਥ ਨਹੀਂ ਹੋਵੇਗੀ। ਬਾਈਬਲ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ, ਚੇਲੇ ਤਿੱਤਰ ਬਿੱਤਰ ਹੋ ਕੇ ਪ੍ਰਚਾਰ ਕਰਦੇ ਫਿਰੇ ਅਤੇ ਵੱਧ ਗਏ। ਅੱਜ ਵਰਲਡ ਦੇ ਵਿੱਚ ਵੱਧਦੇ ਜਾ ਰਹੇ, ਪਰ ਜਿੱਥੇ ਦੋ ਜਾਣੇ ਇੱਕ ਜਗ੍ਹਾ, ਨਹੀਂ ਮੈਂ ਤਾਂ ਇਹ ਤੋਂ ਬਗੈਰ ਰਹਿ ਹੀ ਨਹੀਂ ਸਕਦੀ, ਮੈਂ ਜੁਦਾ ਹੀ ਨਹੀਂ ਹੋ ਸਕਦੀ, ਮੈਂ ਤਾਂ ਸਾਰੀਆਂ ਗੱਲਾਂ ਇਹਦੇ ਨਾਲ ਸਾਂਝੀਆਂ ਕਰਦੀਆਂ ਜਾਂ ਕਰਦਾ ਹਾਂ, ਉਹ ਕਦੇ ਵੀ ਕਲੀਸਿਆ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ, ਆਪਣੇ ਵਿਅਕਤੀਗਤ ਜੀਵਨ ਦੇ ਵਿੱਚ ਕਦੇ ਵੱਧ ਨਹੀਂ ਸਕਦੇ, ਕਿਉਂਕਿ ਉਹਨਾਂ ਦੀ ਏਕਤਾ ਕਲੀਸਿਆ ਦੇ ਨਾਲ, ਕਲੀਸਿਆ ਦੇ ਇੱਕ ਮਨ ਇੱਕ ਜੁੱਟ ਹੋਣ ਦੇ ਨਾਲ ਨਜ਼ਰ ਨਹੀਂ ਆ ਰਹੀ ਹੈ। ਆਖਰੀ ਗੱਲ ਮੈਂ ਆਪ ਦੇ ਅੱਗੇ ਕਰਨ ਜਾ ਰਿਹਾ ਹਾਂ, ਵਿਸ਼ਵਾਸੀ ਦਾ ਮਸੀਹ ਯਸੂ ਦੇ ਪਿੱਛੇ ਚੱਲਣ ਦੇ ਬਾਰੇ। ਨਵੇਂ ਮਨੁੱਖ ਨੂੰ ਪਹਿਨਣਾ, ਇਹ ਬੜਾ ਇੰਪੋਰਟੈਂਟ ਹੈ। ਨਵੇਂ ਮਨੁੱਖ ਨੂੰ ਪਹਿਨਣਾ ਇਹ ਬਹੁਤ ਇੰਪੋਰਟੈਂਟ ਹੈ। ਰੋਮੀਆਂ ਦੀ ਪੁਸਤਕ 13:14 ਵਿੱਚ ਪੌਲਸ ਰਸੂਲ ਸੰਸਾਰ ਤੋਂ ਅੱਡ ਹੋ ਕੇ ਪਰਮੇਸ਼ਰ ਨੂੰ ਪਹਿਨਣ ਦੀ ਗੱਲ ਕਰ ਰਿਹਾ ਹੈ। 13:14 ਦੇ ਵਿੱਚ ਕਹਿੰਦਾ ਹੈ, ਸਗੋਂ ਮਸੀਹ ਯਸੂ ਨੂੰ ਪਹਿਨ ਲਓ ਅਤੇ ਸਰੀਰ ਦੇ ਵਿਸ਼ਿਆਂ ਲਈ ਕੋਈ ਤਰੱਦਦ ਨਾ ਕਰੋ। ਮਸੀਹ ਯਸੂ ਨੂੰ ਪਹਿਨਿਆ ਅਸੀਂ। ਜੇ ਅਸੀਂ ਮਸੀਹ ਯਸੂ ਨੂੰ ਪਹਿਨਿਆ ਹੈ ਤਾਂ ਅਸੀਂ ਜ਼ਰੂਰ ਉਹਦੀ ਪੈੜ ਦੇ ਉੱਤੇ ਤੁਰ ਰਹੇ ਹਾਂ। ਉਹਦੀ ਪੈੜ ਦੇ ਉੱਤੇ ਤੁਰਨਾ, ਮੈਂ ਫਿਰ ਆਪ ਨੂੰ ਪਹਿਲਾ ਪਤਰਸ ਉਸ ਦਾ 2 ਅਧਿਆਏ ਉਸ ਦੀ 21-22 ਆਇਤ ਦੇ ਵਿੱਚ ਲੈ ਕੇ ਜਾ ਰਿਹਾ। ਕਹਿੰਦਾ ਹੈ, ਕਿਉਂ ਜੋ ਤੁਸੀਂ ਇਸੇ ਕਾਰਨ ਸੱਦੇ ਗਏ ਭਾਈ ਮਸੀਹ ਤੁਹਾਡੇ ਨਿਮਿਤ ਦੁੱਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ। ਭਾਈ ਤੁਸੀਂ ਉਹਦੀ ਪੈੜ ਤੇ ਤੁਰੋ। ਕਿਹਦੀ ਪੈੜ ਤੇ? ਮਸੀਹ ਦੀ ਪੈੜ ਤੇ, ਸੰਸਾਰ ਦੀ ਪੈੜ ਤੇ ਨਹੀਂ। ਸੰਸਾਰ ਝੂਠ ਬੋਲਦਾ ਹੈ, ਸੰਸਾਰ ਗੰਦਮੰਦ ਬਕਦਾ, ਸੰਸਾਰ ਬੁਰੀਆਂ ਯੋਜਨਾ ਬਣਾਉਂਦਾ, ਸੰਸਾਰ ਧੋਖੇਬਾਜ਼ੀ ਕਰਦਾ, ਸੰਸਾਰ ਗੁੱਟਬਾਜ਼ੀ ਬਣਾਉਂਦਾ ਹੈ, ਸੰਸਾਰ ਛਲ ਕਪਟ ਕਰਦਾ ਹੈ, ਸੰਸਾਰ ਇਸ ਦੁਨੀਆ ਦੇ ਵਿੱਚ ਰੰਗ ਬਰੰਗੇ ਰੰਗ ਮੰਚ ਦੇ ਕੰਮ ਕਰਦਾ ਹੈ, ਗੰਦੇ ਰਸਾਲੇ ਪੜਦਾ ਹੈ, ਗੰਦੀਆਂ ਫਿਲਮਾਂ ਦੇਖਦਾ, ਗੰਦੇ ਗਾਣੇ ਗਾਉਂਦਾ ਹੈ, ਅਸ਼ਲੀਲ ਕੰਮ ਕਰਦਾ ਹੈ। ਇਹ ਸੰਸਾਰ ਦੇ ਕੰਮ ਹੈ। ਪਰ ਇੱਥੇ ਪ੍ਰਭੂ ਕਹਿੰਦਾ, ਮੈਂ ਤੁਹਾਨੂੰ ਪੈੜ ਛੱਡ ਗਿਆ। ਜਿਹੜੀ ਪੈੜ ਛੱਡ ਕੇ ਗਿਆ ਉਹਦੇ ਵਿੱਚ ਕੀ ਕਹਿ ਰਿਹਾ? ਕਹਿੰਦਾ, ਉਹਨੇ ਨਾ ਤਾਂ ਕੋਈ ਪਾਪ ਕੀਤਾ ਅਤੇ ਨਾ ਉਹਦੇ ਮੂੰਹ ਦੇ ਵਿੱਚੋਂ ਬਲ ਛਲ ਦੀ ਗੱਲ ਨਿਕਲੀ। ਉਹ ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਸੀ ਅਤੇ ਦੁੱਖ ਪਾ ਕੇ ਦਬਕਾ ਨਾ ਦਿੰਦਾ, ਸਗੋਂ ਆਪਣੇ ਆਪ ਨੂੰ ਉਹਦੇ ਹੱਥ ਸੌਂਪਦਾ, ਜਿਹੜਾ ਯਥਾਰਥ ਨਿਉ ਕਰਦਾ ਹੈ। ਨਮੂਨਾ ਦੇ ਗਿਆ ਪ੍ਰਭੂ। ਅਸੀਂ ਕੀ ਉਹਨੂੰ ਪਹਿਨ ਲਿਆ ਹੈ? ਪਹਿਨ ਲਿਆ ਮਤਲਬ ਪ੍ਰਭੂ ਪਵਿੱਤਰ ਜੀਵਨ ਦੇ ਵਿੱਚ ਜੀਂਦਾ ਸੀ, ਪਵਿੱਤਰਤਾ ਦੀਆਂ ਗੱਲਾਂ ਕਰਦਾ ਸੀ, ਸਭਨਾਂ ਨਾਲ ਭਰਪਣ ਦਾ ਪਿਆਰ ਕਰਦਾ ਸੀ, ਹਰ ਇੱਕ ਨੂੰ ਸ਼ਾਂਤੀ ਦਿੰਦਾ ਸੀ, ਆਨੰਦ ਦੀਆਂ ਗੱਲਾਂ ਕਰਦਾ ਸੀ, ਸਭਨਾਂ ਦੇ ਵਿੱਚ ਭਲਾਈ ਦਾ ਕੰਮ ਕਰਦਾ ਸੀ, ਕਿਸੇ ਦੇ ਲਈ ਬੁਰਾ ਨਹੀਂ ਸੀ ਸੋਚਦਾ, ਸਭਨਾਂ ਨੂੰ ਇੱਕ ਨਜ਼ਰ ਦੇ ਨਾਲ ਇੱਕੋ ਜਿਹਾ ਜੀਵਨ ਦਿੰਦਾ ਸੀ। ਕੀ ਅਸੀਂ ਉਹਨੂੰ ਪਹਿਨਿਆ ਹੈ? ਕੀ ਅਸੀਂ ਉਹਨੂੰ ਪਹਿਨ ਕੇ ਇਸ ਜੀਵਨ ਦੇ ਵਿੱਚ ਚੱਲ ਰਹੇ ਹਾਂ? ਦੂਸਰੀ ਗੱਲ, ਬਾਈਬਲ ਦੇ ਵਿੱਚ ਉਹ ਕਹਿ ਰਿਹਾ ਹੈ, ਸਰੀਰ ਦੇ, ਪ੍ਰਭੂ ਨੇ ਕਦੇ ਵੀ ਸਰੀਰ ਦੀ ਆਪਣੇ ਵਿੱਚ ਮੰਗ ਨਹੀਂ ਰੱਖੀ, ਸਰੀਰ ਦੀ ਕਦੇ ਕੋਈ ਗੱਲ ਨਹੀਂ ਕੀਤੀ ਕਿਸੇ ਨਾਲ। ਉਹ ਹਮੇਸ਼ਾ ਸਵਰਗ ਦੀ ਗੱਲ ਕਰਦਾ ਸੀ। ਉਹ ਹਮੇਸ਼ਾ ਪਿਤਾ ਦੇ ਨਾਲ ਗੱਲ ਕਰਨ ਦੇ ਲਈ ਲਾਲਾਇਤ ਰਹਿੰਦਾ ਸੀ। ਕੀ ਅਸੀਂ ਰਹਿੰਦੇ ਹਾਂ? ਅਸੀਂ ਕਹਿੰਦੇ ਹਾਂ, ਛੱਡੋ ਪਰੇ, ਅੱਜ ਫਲਾਨੀ ਜਗ੍ਹਾ ਜਾਣਾ ਹੈ, ਅੱਜ ਫਲਾਨੇ ਕੰਮ ਦੇ ਵਿੱਚ ਜਾਣਾ ਹੈ, ਅਸੀਂ ਆਹ ਕੰਮ ਕਰਨਾ ਹੈ, ਛੱਡੋ ਸੰਗਤ ਫਿਰ ਵੀ ਹੁੰਦੀ ਰਹੇਗੀ। ਤੁਸੀਂ ਸਰੀਰਕ ਬਣ ਗਏ ਹੋ,
ਇਸ ਸਰੀਰ ਦੇ ਵਿੱਚ ਸਰੀਰ ਦੀਆਂ ਕਾਮਨਾਵਾਂ ਨੂੰ, ਸਰੀਰ ਦੀਆਂ ਲਾਲਸਾਵਾਂ ਨੂੰ ਮਸੀਹ ਯਸੂ ਦੇ ਨਾਲ ਕਾਲਵਰੀ ਕਰੂਸ ਤੇ ਦਫਨ ਕਰ ਦਿਓ ਜੇ ਤੁਸੀਂ ਮਸੀਹ ਦੇ ਕੋਲੋਂ ਪ੍ਰਤੀਫਲ ਪ੍ਰਾਪਤ ਕਰਨਾ ਚਾਹੁੰਦੇ ਹੋ। ਜੇ ਮਸੀਹ ਦੇ ਕੋਲ ਤੁਸੀਂ ਉਹਦੇ ਨਾਲ ਬੈਠਣ ਦਾ ਸੁਭਾਗ ਪ੍ਰਾਪਤ ਕਰਨਾ ਚਾਹੁੰਦੇ ਹੋ, ਜੇ ਤੁਸੀਂ ਮਸੀਹ ਦੇ ਕੋਲੋਂ ਆਦਰ ਚਾਹੁੰਦੇ ਹੋ, ਜੇ ਤੁਸੀਂ ਪਰਮੇਸ਼ਰ ਦੇ ਪੁੱਤਰ ਕੋਲੋਂ ਆਨੰਦ ਅਤੇ ਉਸ ਦੇ ਮੁਬਾਰਕ ਹੋਣ ਦਾ ਪ੍ਰਤੀਫਲ ਉਹਦੇ ਮੂੰਹ ਦੇ ਕੋਲੋਂ ਸੁਣਨਾ ਚਾਹੁੰਦੇ ਹੋ ਤਾਂ ਇਹ ਸਰੀਰ ਦੀਆਂ ਮਨੁੱਖੀ ਗੱਲਾਂ ਨੂੰ ਛੱਡ ਦਿਓ। ਆਤਮਿਕ ਗੱਲਾਂ ਜੋ ਮਸੀਹ ਯਸੂ ਦੀਆਂ ਉਹਨਾਂ ਨੂੰ ਕਰਨਾ ਸ਼ੁਰੂ ਕਰ ਦਿਓ। ਬਾਈਬਲ ਦੇ ਵਿੱਚ ਪੌਲਸ ਰਸੂਲ ਇੱਕ ਬਹੁਤ ਵੱਡੀ ਗੱਲ ਕਹਿੰਦਾ ਹੈ, ਜਿੰਨੇ ਮਸੀਹ ਯਸੂ ਵਿੱਚ ਹਨ ਉਹ ਨਵੀਂ ਸ੍ਰਿਸ਼ਟ ਹਨ। ਦੂਸਰਾ ਕਰੰਥੀਆਂ 5:17, ਜਿੰਨੇ ਮਸੀਹ ਯਸੂ ਵਿੱਚ ਹਨ ਉਹ ਨਵੀਂ ਸ੍ਰਿਸ਼ਟ ਹਨ, ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ ਸਭ ਨਵੀਆਂ ਹੋ ਗਈਆਂ। ਤੇ ਹਜੇ ਵੀ ਅਸੀਂ ਲੂਤ ਦੀ ਪਤਨੀ ਦੀ ਤਰ੍ਹਾਂ ਪਿੱਛੇ ਨੂੰ ਐ ਝਾਕ ਕੇ ਰੱਖਿਆ ਹੈ, ਮੇਰਾ ਫਲਾਨਾ, ਮੇਰਾ ਆਹ ਕੰਮ, ਮੇਰੀਆਂ ਆਹ ਰੀਤਾਂ, ਮੇਰੀਆਂ ਆਹ ਵਿਧੀਆਂ ਮੈਂ ਕਰਨੀਆਂ ਹੈ। ਮਸੀਹ ਨੇ ਰੀਤੀਆਂ ਅਤੇ ਵਿਧੀਆਂ ਅਤੇ ਇਸ ਸੰਸਾਰ ਦੀਆਂ ਸਾਰੇ ਕੰਮ ਦੀਆਂ ਜਿੰਨੀਆਂ ਵੀ ਮੈਨੂੰ ਆਪਣਾ ਪਾਪ ਦੇ ਵਿੱਚ ਲਿਪਤ ਕਰ ਸਭ ਕਰੂਸਿਤ ਕਰ ਦਿੱਤੀਆਂ। ਜੇ ਤੁਹਾਡੇ ਵਿੱਚ ਇਹ ਕਰੂਸਿਤ ਨਹੀਂ ਹੈ, ਯੂ ਆਰ ਨੋਟ ਕ੍ਰਿਸਚਨ। ਡਾਇਰੈਕਟ ਹੈ, ਇਹ ਚੁੱਭਦਾ ਹੈ ਅੰਦਰ, ਪਰ ਲੇਕਿਨ ਸਹੀ ਹੈ। ਛੱਡ ਦਿਓ ਇਹਨੂੰ ਜੇ ਤੁਸੀਂ ਮਸੀਹ ਦੇ ਰਾਜ ਦੇ ਵਿੱਚ ਪਹੁੰਚਣਾ ਹੈ। ਪਹਿਲੀ ਗੱਲ, ਸੱਚਾਈ ਯਸੂ ਮਸੀਹ ਵਿੱਚ ਹੈ, ਤੁਸੀਂ ਉਸ ਵਿੱਚ ਸਿਖਾਏ ਗਏ ਹੋ। ਦੂਸਰੀ ਗੱਲ, ਪੁਰਾਣੀ ਇਨਸਾਨੀਅਤ ਨੂੰ ਲਾ ਸੁੱਟੋ। ਤੀਸਰੀ ਗੱਲ, ਵਿਸ਼ਵਾਸੀ ਨੂੰ ਆਪਣੀ ਬੁੱਧ ਵਿੱਚ ਨਵਾਂ ਹੋਣਾ ਹੈ। ਆਖਰੀ ਗੱਲ, ਨਵੇਂ ਮਨੁੱਖ ਨੂੰ ਭਾਵ ਯਸੂ ਮਸੀਹ ਨੂੰ ਪਹਿਨ ਲਓ। ਜੇ ਤੁਸੀਂ ਮਸੀਹ ਦੇ ਵਿੱਚ ਉਸ ਦੀ ਆਸ਼ੀਸ਼ ਨੂੰ ਪ੍ਰਾਪਤ ਕਰਨਾ ਹੈ, ਜੇ ਸਵਰਗ ਦੇ ਵਿੱਚ ਪਰਮੇਸ਼ਵਰ ਦੇ ਨਾਲ ਸਦਾ ਸਦਾ ਦਾ ਰਾਜ ਕਰਨਾ ਹੈ, ਤਾਂ ਮਸੀਹ ਦੀ ਪੈੜ ਦੇ ਉੱਤੇ ਚੱਲਣਾ ਸ਼ੁਰੂ ਕਰ ਦਿਓ। ਪ੍ਰਭੂ ਤੁਹਾਨੂੰ ਆਪਣੇ ਨਾਲ ਉਸ ਰਾਜ ਵਿੱਚ ਜਦੋਂ ਆਵੇਗਾ ਲੈ ਲਵੇਗਾ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਮਾਰਾਨਾਥਾ।